This video is meant for students who are looking forward to do IELTS or other students who just want to learn basic English for their jobs or other reasons. ਇਹ ਵੀਡੀਓ ਆ ਸਟੂਡੈਂਟਸ ਦੇ ਲਈ ਜਿਹੜੀ IELTS ਕਰਨ ਬਾਰੇ ਸੋਚ ਰਹੇ ਨੇ ਜਾਂ ਜੋ ਸਿਰਫ ਬੇਸਿਕ ਜੀ ਇੰਗਲਿਸ਼ ਸਿੱਖਣ ਲੱਗੇ ਨੇ। ਕੁਝ 8 ਥਿੰਗਸ ਨੇ 8 ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਵਿਚ ਆਰ ਮੋਸਟ ਇੰਪੋਰਟੈਂਟ ਐਂਡ ਇਹ 8 ਚੀਜ਼ਾਂ ਨੂੰ ਸਿੱਖ ਕੇ ਯੂ ਵਿਲ ਹੈਵ ਅ ਗ੍ਰਿਪ ਔਨ ਇੰਗਲਿਸ਼ ਲੈਂਗੁਏਜ। ਤੁਹਾਡੀ ਇੰਗਲਿਸ਼ ਅੱਛੀ ਹੋ ਜਾਏਗੀ ਐਂਡ most practical way ਹੈ ਇੰਗਲਿਸ਼ ਸਿੱਖਣ ਦਾ। Okay, let's start with 8 things. First of all, you need to learn tenses. These are of two types, actives and passive. First of all, ਤੁਹਾਨੂੰ tenses ਸਿੱਖਣ ਦੀ ਜ਼ਰੂਰਤ ਆ। ਇਹ ਐਕਟਿਵ ਹੁੰਦੇ ਨੇ ਐਂਡ ਪੈਸਿਵਸ ਹੁੰਦੇ ਨੇ, ਦੋਨੇ ਹੀ ਤਰੀਕੇ ਕਾਫੀ ਇੰਪੋਰਟੈਂਟ ਆ। ਇਫ ਯੂ ਓਨਲੀ ਲਰਨ ਐਕਟਿਵ ਟੈਂਸਸ ਜਾਂ ਜੇ ਤੁਹਾਨੂੰ ਸਿਰਫ ਐਕਟਿਵ ਟੈਂਸਸ ਹੀ ਪਤਾ ਨਹੀਂ ਜਾਂ ਤੁਹਾਡੇ ਸੈਂਟੈਂਸਾਂ ਦੇ ਵਿੱਚ ਹੀ ਸ਼ੀ ਗਵਰਨਮੈਂਟ ਕਾਈਂਡ ਆਫ ਮੋਨੋਟਨੀ ਹੋ ਜਾਏਗੀ, ਉਹ ਇੱਕ ਚਾਈਲਡਿਸ਼ ਜੀ ਇੰਗਲਿਸ਼ ਹੋਏਗੀ। ਸੈਕਿੰਡਲੀ ਇਹ ਨਾਲ ਰੀਅਲ ਇੰਸੀਡੈਂਟਸ ਆਉਂਦੇ ਨੇ, ਇਹ ਕਾਫੀ ਚੀਜ਼ਾਂ ਲਿਖਣੀਆਂ ਜ਼ਰੂਰੀ ਨੇ, ਲਾਈਕ ਪਾਸਟ ਵਿੱਚ ਕੀ ਹੋਇਆ ਸੀ, ਪ੍ਰੈਜ਼ੈਂਟ ਦੇ ਵਿੱਚ ਕੀ ਹੁੰਦਾ ਹੈ, ਫਿਊਚਰ ਦੇ ਵਿੱਚ ਕੀ ਹੋਵੇਗਾ ਜਾਂ ਹੋ ਰਿਹਾ ਸੀ, ਹੋ ਰਿਹਾ ਹੈ, ਹੋ ਰਿਹਾ ਹੋਵੇਗਾ, ਦਿਸ ਕਾਈਂਡ ਆਫ ਥਿੰਗਸ। ਇਹ ਕਾਫੀ ਇੰਪੋਰਟੈਂਟ ਨੇ ਐਂਡ ਇਹਦਾ ਐਕਟਿਵ ਵਰਜ਼ਨ ਵੀ ਸਿੱਖਣਾ ਬਹੁਤ ਇੰਪੋਰਟੈਂਟ ਆ, ਓਨਾ ਹੀ ਇਹਦਾ ਪੈਸਿਵ ਵਰਜ਼ਨ ਸਿੱਖਣਾ ਜ਼ਰੂਰੀ ਆ, ਅਦਰਵਾਈਜ਼ ਆਪਣੇ ਸਿੱਧੇ ਜਿਹੇ ਸੈਂਟੈਂਸਸ ਰਹਿਣਗੇ। ਸੈਕਿੰਡ ਥਿੰਗ ਇਜ਼ ਮੋਡਾਲਸ। ਟੈਂਸਸ ਨਾਲ ਰੀਅਲ ਇੰਸੀਡੈਂਟਸ ਆਉਂਦੇ ਆ, ਮੋਡਾਲਸ ਨਾਲ ਆਉਂਦੇ ਆ ਕਿਹੜੇ ਹੋ ਸਕਦੇ ਆ। ਫੋਰ ਐਗਜ਼ਾਮਪਲ ਟੈਂਸ਼ਨ 'ਚ ਆਏਗਾ ਕਿ ਉਸਨੇ ਕੁਝ ਖਰੀਦ ਲਿਆ ਹੈ, ਮੋਡਾਲਸ ਆਏਗਾ ਉਹ ਕੁਝ ਖਰੀਦ ਸਕਦਾ ਹੈ। ਉਹਦਾ ਪੈਸਿਵ ਹੋਏਗਾ ਕਿ ਕੁਝ ਉਹਦੇ ਦੁਆਰਾ ਖਰੀਦਿਆ ਜਾ ਸਕਦਾ ਹੈ। ਸੋ ਪੈਸਿਵ ਇਜ਼ ਆਲਸੋ ਇੰਪੋਰਟੈਂਟ ਇਨ ਕੇਸ ਆਫ ਮੋਡਾਲਸ। ਥਰਡ ਸੈਂਟੈਂਸਸ ਹੋਣਗੇ, ਥੀਸ ਕੈਨ ਬੀ ਕਾਈਂਡ ਆਫ ਨਿਊ ਸੈਂਟੈਂਸਸ ਫॉर ਸਮ ਸਟੂਡੈਂਟਸ। ਇਹਦੇ ਵਿੱਚ ਆ ਜਾਣਗੇ ਸਿੰਪਲ ਸੈਂਟੈਂਸਸ। ਇਹਦੇ ਵਿੱਚ ਕੋਈ ਵੀ ਵਰਬ ਦੀ ਫਾਰਮ ਨਹੀਂ ਹੁੰਦੀ, ਇਹ 4 ਤਰੀਕਿਆਂ ਦੇ ਬਣਦੇ ਆ। ਇੱਕ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਦਿੰਦਾ ਮੈਂ, ਦ ਟੀ ਵਾਸ ਟੇਸਟੀ, ਯੈਸਟਰਡੇ ਵਾਸ ਫੈਂਟੈਸਟਿਕ, ਸ਼ੀ ਇਜ਼ ਇੰਟੈਲੀਜੈਂਟ, ਹੀ ਇਜ਼ ਨਾਟ ਇੰਟੈਲੀਜੈਂਟ। ਇੱਦਾਂ ਦੀਆਂ ਕੁਛ ਚੀਜ਼ਾਂ, ਇਹਨਾਂ ਵਿੱਚ ਕੋਈ ਵੀ ਵਰਬ ਦੀ ਫਾਰਮ ਨਹੀਂ ਹੋਏਗੀ, ਇਹ ਸਿੰਪਲ ਸੈਂਟੈਂਸਸ ਹੋਣਗੇ। ਇੱਥੋਂ ਤੱਕ ਤੁਸੀਂ 8 ਕਾਈਂਡ ਆਫ ਸੈਂਟੈਂਸਸ ਸਿੱਖ ਲਓਗੇ। 4 ਤਰੀਕਿਆਂ ਦੇ ਸਿੰਪਲ ਦੇ ਵਿੱਚ ਬਣਦੇ ਨੇ, 2 ਟੈਂਸਸ ਦੇ ਵਿੱਚ ਨੇ, 2 ਮੋਡਾਲਸ ਦੇ ਵਿੱਚ ਨੇ ਐਂਡ ਇਹ ਸਭ ਕੁਝ ਸਿੱਖਣ ਤੋਂ ਬਾਅਦ ਮੋਸਟ ਇੰਪੋਰਟੈਂਟ ਜਾਂ ਜੇ ਕਹਿ ਦੇਵਾਂਗੇ ਜਿਸ ਤੋਂ ਬਿਨਾਂ ਇੰਗਲਿਸ਼ ਆਪਣੀ ਇਨਕੰਪਲੀਟ ਆ, ਦੈਟ ਇਜ਼ ਕਨੈਕਟਰਸ। ਲਾਸਟ ਦੇ ਉੱਪਰ ਤੁਸੀਂ ਕਨੈਕਟਰ ਸਿੱਖਣੇ ਨੇ ਤਾਂ ਜੋ ਇਹ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਇਹਨਾਂ ਨੂੰ ਸਹੀ ਲਾਈਨਾਂ ਨੂੰ ਸਹੀ ਤਰੀਕੇ ਵਿੱਚ ਪਰੋ ਸਕੋ। ਪ੍ਰੈਜੈਂਟੇਸ਼ਨ ਬਹੁਤ ਵਧੀਆ ਲੱਗਦੀ ਆ। ਸੋ ਮੋਸਟ ਇੰਪੋਰਟੈਂਟ ਇਜ਼ ਕਨੈਕਟਰਸ। ਇਹਨਾਂ ਨਾਲ ਕੰਪਲੈਕਸ ਸੈਂਟੈਂਸਸ ਬਣਨਗੇ ਐਂਡ ਰਾਈਟਿੰਗ ਦੇ ਵਿੱਚ ਕੋਹਰੈਂਸ ਆਏਗੀ, ਕਾਈਂਡ ਆਫ ਵੇਵਸ ਜਿਹਨੂੰ ਆਪਾਂ ਕਹਿ ਦਿੰਦੇ ਆ। ਓਕੇ, ਲੈਟਸ ਸਟਾਰਟ ਵਿਦ ਫਸਟ ਥਿੰਗ, ਟੈਂਸਸ। ਟੈਂਸਸ ਦੇ ਵਿੱਚ 2 ਤਰੀਕਿਆਂ ਨਾਲ ਕੈਟੇਗਰਾਈਜ਼ ਹੋ ਜਾਂਦੇ ਨੇ ਸੈਂਟੈਂਸਸ। ਫਸਟ ਵਨ ਇਜ਼ ਐਕਟਿਵ, ਸੈਕਿੰਡ ਵਨ ਇਜ਼ ਪੈਸਿਵ। ਐਕਟਿਵ ਸੈਂਟੈਂਸ ਕੀ ਹੁੰਦੇ ਨੇ ਕਿ ਮੈਂ ਇੱਕ ਮੋਬਾਈਲ ਫੋਨ ਖਰੀਦਿਆ। ਪੈਸਿਵ ਕੀ ਹੋਏਗਾ, ਉਹ ਮੋਬਾਈਲ ਫੋਨ ਮੇਰੇ ਦੁਆਰਾ ਖਰੀਦਿਆ ਗਿਆ। ਇਹਦੇ ਵਿੱਚ ਦੇਖਣ ਵਾਲੀ ਇੰਟਰਸਟਿੰਗ ਚੀਜ਼ ਇਹ ਆ ਕਿ ਜਿਹੜਾ ਸੈਂਟੈਂਸ ਐਕਟਿਵ ਹੋਏਗਾ ਉਹ ਆਈ ਨਾਲ, ਹੀ ਨਾਲ, ਸ਼ੀ ਨਾਲ, ਗਵਰਨਮੈਂਟ ਨਾਲ ਜਾਂ ਕੋਈ ਹੋਰ ਅਥਾਰਟੀ ਨਾਲ, ਸ਼ੀ ਹੀ ਜ਼ਿਆਦਾ ਹੋਏਗੀ ਉਹਦੇ ਵਿੱਚ। ਜੋ ਸੈਂਟੈਂਸ ਪੈਸਿਵਸ ਹੋਣਗੇ ਉਹ ਆਬਜੈਕਟ ਤੋਂ ਸਟਾਰਟ ਹੋਣਗੇ, ਮੀਨਸ ਕੋਈ ਇਨਵਾਇਰਮੈਂਟ ਤੋਂ ਚੱਲ ਪਿਆ ਸੈਂਟੈਂਸ, ਡਿਪੈਂਡ ਕਰਦਾ ਤੁਸੀਂ ਕੀ ਟੌਪਿਕ ਲਿਖ ਰਹੇ ਹੋ। ਐਂਡ ਕੋਈ ਹੋ ਗਿਆ ਕਲਾਸ ਤੋਂ ਚੱਲ ਪਿਆ, ਆਬਜੈਕਟ ਦੇ ਉੱਪਰ ਡਿਪੈਂਡ ਕਰਦਾ। ਆਬਜੈਕਟ ਹਰ ਸੈਂਟੈਂਸ ਦੇ ਵਿੱਚ ਚੇਂਜ ਹੋ ਜਾਂਦਾ ਪਰ ਸਬਜੈਕਟ ਹਰ ਸੈਂਟੈਂਸ ਦੇ ਵਿੱਚ ਚੇਂਜ ਸਮਟਾਈਮਸ ਨਹੀਂ ਹੁੰਦਾ। ਸੋ ਜੇ ਤੁਸੀਂ ਐਕਟਿਵ ਅਤੇ ਪੈਸਿਵ ਦੋਨੇ ਸਿੱਖ ਲਏ, ਦੈਟ ਮੀਨਸ ਤੁਹਾਡੀ ਰਾਈਟਿੰਗ ਦੇ ਵਿੱਚ ਤੁਹਾਡੀ ਸਪੀਕਿੰਗ ਦੇ ਵਿੱਚ ਗ੍ਰੇਟ ਡੀਲ ਆਫ ਵੇਰੀਏਸ਼ਨ ਆਏਗੀ। ਅੱਗੇ ਆ ਜਾਂਦੇ ਨੇ ਆਪਣੇ ਸਿੰਪਲ ਸੈਂਟੈਂਸਸ। ਸਿੰਪਲ ਸੈਂਟੈਂਸਸ ਮਤਲਬ ਇੱਦਾਂ ਦੇ ਸੈਂਟੈਂਸਸ ਜਿਹਦੇ ਵਿੱਚ ਕੋਈ ਵਰਬ ਨਹੀਂ ਹੋਏਗੀ, ਮਤਲਬ ਕੋਈ ਕੰਮ ਹੀ ਨਹੀਂ ਹੋਏਗਾ। ਇੰਟਰਸਟਿੰਗ ਆ। ਇਹ ਟੈਂਸਸ ਦੀਆਂ ਹੈਲਪਿੰਗ ਵਰਬਸ ਨਾਲ ਵੀ ਬਣ ਜਾਂਦੇ ਨੇ, ਇਹ ਮੋਡਾਲ ਦੀਆਂ ਮੋਡਾਲ ਵਰਬਸ ਨਾਲ ਵੀ ਬਣ ਜਾਂਦੇ ਨੇ। ਇਹਨਾਂ ਦੇ ਵਿੱਚ ਸੈਂਟੈਂਸਸ ਹੋਏਗੇ ਜਿਵੇਂ ਕਹਿ ਦਈਏ ਕਿ ਯੈਸਟਰਡੇ ਆਈ ਵਾਸ ਬਿਜ਼ੀ, ਕੱਲ੍ਹ ਮੈਂ ਬਿਜ਼ੀ ਸੀ, ਮੂਵੀ ਬਹੁਤ ਵਧੀਆ ਸੀ, ਚਾਹ ਬਹੁਤ ਸਵਾਦ ਸੀ, ਜਾਂ ਕਹਿ ਦਈਏ ਕੱਲ੍ਹ ਮੇਰੇ ਕੋਲ ਇੱਕ ਕਾਰ ਸੀ, ਯੈਸਟਰਡੇ ਆਈ ਹੈਡ ਅ ਕਾਰ। ਇੱਦਾਂ ਦੇ ਸੈਂਟੈਂਸਸ ਜਿਹੜੇ ਟੈਂਸਸ ਨਾਲ ਸਿੰਪਲ ਸੈਂਟੈਂਸ ਬਣ ਗਏ ਉਹ ਹੋਣਗੇ ਸ਼ੋਰਟੀ, ਕੱਲ੍ਹ ਮੈਂ ਬਿਜ਼ੀ ਸੀ ਜਾਂ ਹੁਣ ਮੈਂ ਬਿਜ਼ੀ ਹਾਂ। ਪਰ ਜੋ ਮੋਡਾਲਸ ਨਾਲ ਬਣਨਗੇ ਉਹ ਸੈਂਟੈਂਸਸ ਬਣਨਗੇ ਹੁਣ ਮੈਂ ਬਿਜ਼ੀ ਹੋ ਸਕਦਾ ਹਾਂ, ਉਹ ਬਿਜ਼ੀ ਹੋਣਾ ਚਾਹੀਦਾ ਹੈ, ਮਤਲਬ ਸ਼ੋਰਟੀ ਨਹੀਂ ਹੋਏਗੀ ਉਹਦੇ ਵਿੱਚ। ਠੀਕ ਹੈ, ਥੋੜ੍ਹਾ ਡਿਫਰੈਂਸ ਆ। ਸਿੱਖਣਾ ਫਿਰ ਦੋਨਾਂ ਨੂੰ ਹੀ ਬਹੁਤ ਜ਼ਰੂਰੀ ਆ। ਕਈ ਵਾਰੀ ਤੁਹਾਡਾ ਗੈਸ ਵਰਕ ਹੁੰਦਾ ਕਿ ਇਹ ਹੋ ਸਕਦਾ ਹੈ, ਕਈ ਵਾਰੀ ਤੁਹਾਨੂੰ ਪੱਕਾ ਹੀ ਪਤਾ ਹੁੰਦਾ, ਉਹ ਉੱਥੇ ਉੱਦਾਂ ਹੀ ਲੱਗਣਾ ਜਿਹੜੀ ਉੱਥੇ ਜ਼ਿਆਦਾ ਚੀਜ਼ ਸੂਟ ਕਰਦੀ ਹੋਏਗੀ। ਕਨੈਕਟਰਸ ਮੈਂ ਜਸਟ ਇੱਥੇ ਲਿਮਿਟਡ ਹੀ ਪਿਕ ਕੀਤੇ ਨੇ ਪਰ 20 to 25 ਕਨੈਕਟਰਸ ਨੇ, ਮੈਂ ਤੁਹਾਨੂੰ ਲਿਸਟ ਦੇ ਦੂੰਗਾ ਉਹਨਾਂ ਦੀ। ਇਹ ਸਾਰੇ ਜੇ ਆਪਾਂ ਸਿੱਖ ਲਈਏ ਤਾਂ ਆਪਣੇ ਸੈਂਟੈਂਸਸ ਇੱਕ ਚਾਮ ਜਿਹਾ ਆ ਜਾਂਦਾ ਤੁਹਾਡੀ ਰਾਈਟਿੰਗ ਦੇ ਵਿੱਚ। ਇੱਕ ਜਿਹੜੀ ਬੇਸਿਕ ਜੀ ਰਾਈਟਿੰਗ ਲੱਗਦੀ ਆ ਉਹ ਕਾਫੀ ਇਫੈਕਟਿਵ ਲੱਗ ਜਾਂਦੀ ਆ। ਮੈਂ ਤੁਹਾਨੂੰ ਇਹਦਾ ਮਾਡਲ ਆਨਸਰ ਵੀ ਦਊਂਗਾ ਵੀਡੀਓ ਦੀ ਲਾਸਟ ਦੇ ਉੱਤੇ। ਇਹ ਕੁਛ ਕੁ ਚੀਜ਼ਾਂ ਨੇ ਜਿਵੇਂ ਕਹਿ ਲਈਏ ਕਿ ਓਨਲੀ ਇਫ ਤੋਂ ਦੇਖ ਲਓ ਸੈਂਟੈਂਸ ਕਿੰਨਾ ਵਧੀਆ ਬਣੂਗਾ।
ਕਿ ਵਾਤਾਵਰਨ ਨੂੰ ਤਾਂ ਹੀ ਸਾਫ਼ ਕੀਤਾ ਜਾ ਸਕਦਾ ਹੈ ਕਿ ਜੇ ਗਵਰਨਮੈਂਟ ਪਹਿਲਾ ਕਦਮ ਚੱਕੇ ਤਾਂ। ਇਨਵਾਇਰਨਮੈਂਟ ਕੈਨ ਬੀ ਕਲੀਨਡ ਓਨਲੀ ਇਫ ਗਵਰਨਮੈਂਟ ਟੇਕ ਇਨੀਸ਼ੀਏਟਿਵ। ਓਨਲੀ ਇਫ ਤੋਂ ਕਿੰਨਾ ਵਧੀਆ ਸੈਂਟੈਂਸ ਬਣ ਗਿਆ, ਨਹੀਂ ਤਾਂ ਸ਼ਾਇਦ ਤੁਸੀਂ ਲਿਖਣਾ ਸੀਗਾ ਕਿ ਇਨਵਾਇਰਨਮੈਂਟ ਕੈਨ ਬੀ ਕਲੀਨਡ ਐਂਡ ਗਵਰਨਮੈਂਟ ਸ਼ੁੱਡ ਟੇਕ ਦਾ ਫਸਟ ਐਕਸ਼ਨ। ਮੇ ਬੀ ਇਹ ਵੀ ਚੀਜ਼ ਹੋ ਸਕਦੀ ਸੀ। ਸੋ ਕਨੈਕਟਰਸ ਆਰ ਮੋਸਟ ਇੰਪੋਰਟੈਂਟ। ਹੁਣ ਆਪਾਂ ਲੈਂਦੇ ਹਾਂ ਇਹਨਾਂ ਦਾ ਪ੍ਰੈਕਟੀਕਲ ਵਿਊ, ਇੱਕ ਐਗਜ਼ਾਮਪਲਸ ਦੇ ਨਾਲ ਡਿਸਕਸ ਕਰਦੇ ਹਾਂ, ਫਿਰ ਅੱਗੇ ਜ਼ਿਆਦਾ ਕਲੈਰਿਟੀ ਹੋਏਗੀ। ਫਸਟ ਆਫ ਆਲ ਕਹਿੰਦੇ ਮੈਨੀ ਪੀਪਲ ਯੂਜ਼ ਦੇਅਰ ਪ੍ਰਾਈਵੇਟ ਵਹੀਕਲਸ। ਇਹ ਟੈਂਸਸ ਚੱਲਦੇ ਪਏ ਨੇ, ਇਹਦਾ ਐਕਟਿਵ ਪਾਰਟ ਆ। ਮੈਨੀ ਪੀਪਲ ਯੂਜ਼ ਦੇਅਰ ਪ੍ਰਾਈਵੇਟ ਵਹੀਕਲਸ, ਬਹੁਤ ਲੋਕ ਆਪਣੇ ਪ੍ਰਾਈਵੇਟ ਵਹੀਕਲ ਯੂਜ਼ ਕਰਦੇ ਆ। ਸਿੱਧਾ ਸੈਂਟੈਂਸ ਆ। ਆਈ ਵਿਲ ਬਾਈ ਐਨ ਆਈਫੋਨ ਨੈਕਸਟ ਮੰਥ, ਇਹ ਵੀ ਸਿੱਧਾ ਸੈਂਟੈਂਸ ਆ। ਕਹਿੰਦੇ ਮੈਂ ਨੈਕਸਟ ਮੰਥ ਦੇ ਵਿੱਚ ਇੱਕ ਆਈਫੋਨ ਖਰੀਦਾਂਗਾ। ਮੈਨੀ ਪੀਪਲ ਆਰ ਈਟਿੰਗ ਫਾਸਟ ਫੂਡ, ਮੈਨੀ ਪੀਪਲ ਫਾਸਟ ਫੂਡ ਖਾ ਰਹੇ ਨੇ। ਇਹਨਾਂ ਦਾ ਪੈਸਿਵ ਵਰਜ਼ਨ ਪ੍ਰਾਈਵੇਟ ਵਹੀਕਲਸ ਆਰ ਯੂਜ਼ਡ ਬਾਈ ਮੈਨੀ ਪੀਪਲ। ਦੇਖੋ ਥੋੜਾ ਡਿਫਰੈਂਟ ਲੱਗਦਾ ਇਹ ਸੈਂਟੈਂਸ, ਉਹ ਸੀ ਮੈਨੀ ਪੀਪਲ ਯੂਜ਼ ਪ੍ਰਾਈਵੇਟ ਵਹੀਕਲ, ਸਿੱਧਾ ਸਧਾਰਨ। ਐਂਡ ਪੈਸਿਵ ਸੈਂਟੈਂਸ ਬਣਦਾ ਵਾ ਪ੍ਰਾਈਵੇਟ ਵਹੀਕਲਸ ਆਰ ਯੂਜ਼ਡ ਬਾਈ ਮੈਨੀ ਪੀਪਲ। ਕਹਿੰਦੇ ਪ੍ਰਾਈਵੇਟ ਵਹੀਕਲ ਕਾਫੀ ਲੋਕਾਂ ਦੁਆਰਾ ਯੂਜ਼ ਕੀਤੇ ਜਾਂਦੇ ਨੇ। I will buy an iPhone next month, मैं next month एक iPhone बाई करूँगा and an iPhone will be bought by me next month, next month मेरे द्वारा एक iPhone खरीदा जाएगा। यूनिक। फास्ट फूड इज़ बीइंग ईटन बाय मैनी पीपल नाउअडेज, फास्ट फूड काफ़ी लोगों द्वारा खाधा जाता। देखो ये सेंटेंस सिंपल ने, ਜਿਹੜੇ ਆਏ ਤੋਂ ਹੀ शी इट्स लाइक माई फ्रेंड और माई बेस्ट फ्रेंड माई टीचर, ਇਹ ਉੱਦਾਂ ਦੇ ਸੈਂਟੈਂਸਸ ਨੇ ਜਦੋਂ ਹਮੇਸ਼ਾ ਆਪਾਂ ਆਏ ਤੋਂ ਸਟਾਰਟ ਕਰ ਸਕਦੇ ਹਾਂ। ਸੋ ਆਬਜੈਕਟ, ਇਹਦੀ ਕਰਕੇ ਮੈਂ ਕਹਿ ਰਿਹਾ ਪੈਸਿਵ ਸੈਂਟੈਂਸਸ ਵੀ ਸਿੱਖਣੇ ਜ਼ਰੂਰੀ ਨੇ, ਕਿਉਂਕਿ ਆਬਜੈਕਟ ਤੋਂ ਸਟਾਰਟ ਹੋ ਜਾਣਗੇ ਐਂਡ ਤੁਹਾਡੀ ਰਾਈਟਿੰਗ ਦੇ ਵਿੱਚ ਐਂਡ ਤੁਹਾਡੀ ਸਪੀਕਿੰਗ ਦੇ ਵਿੱਚ ਕਾਈਂਡ ਆਫ ਵੇਰੀਏਸ਼ਨ ਆ ਜਾਏਗੀ। ਸੇਮ ਥਿੰਗ ਹੈਪਨਸ ਵਿਦ ਮੋਡਾਲਸ। ਪਹਿਲਾ ਸੈਂਟੈਂਸ ਸੀ ਦੇਖੋ ਉਧਰ, ਯੂ ਸ਼ੁੱਡ ਈਟ ਹੈਲਦੀ ਫੂਡ, ਤੁਹਾਨੂੰ ਹੈਲਦੀ ਫੂਡ ਖਾਣਾ ਚਾਹੀਦਾ ਹੈ। ਹੈਲਦੀ ਫੂਡ ਸ਼ੁੱਡ ਬੀ ਈਟਨ ਬਾਈ ਯੂ, ਹੈਲਦੀ ਫੂਡ ਤੁਹਾਡੇ ਦੁਆਰਾ ਖਾਧਾ ਜਾਣਾ ਚਾਹੀਦਾ ਹੈ। ਗਵਰਨਮੈਂਟ ਸ਼ੁੱਡ ਪਾਸ ਨਿਊ ਰੂਲਸ, ਉੱਥੇ ਰੂਲਸ ਹੋਣਾ ਸੀ। ਨਿਊ ਰੂਲਸ ਸ਼ੁੱਡ ਬੀ ਪਾਸਡ ਬਾਈ ਗਵਰਨਮੈਂਟ, ਨਿਊ ਰੂਲਸ ਗਵਰਨਮੈਂਟ ਦੁਆਰਾ ਬਣਾਏ ਜਾਣੇ ਚਾਹੀਦੇ ਹਨ। ਯੂ ਕੈਨ ਮੇਕ ਅ ਕੱਪ ਆਫ ਟੀ, ਤੁਸੀਂ ਇੱਕ ਕੱਪ ਆਫ ਟੀ, ਤੁਸੀਂ ਚਾਹ ਬਣਾ ਸਕਦੇ ਹੋ। ਕੱਪ ਆਫ ਟੀ ਕੈਨ ਬੀ ਮੇਡ ਬਾਈ ਯੂ। ਉੱਪਰਲੇ ਸੈਂਟੈਂਸਸ ਸੀ ਐਕਟਿਵ ਐਂਡ ਦ ਲੋਅਰ ਆਰ ਪੈਸਿਵਸ। ਦੇਖੋ ਇਫ ਯੂ ਕੈਨ ਆਇਡੈਂਟੀਫਾਈ, ਜੇ ਤੁਸੀਂ ਲੱਭ ਸਕਦੇ ਹੋ ਇਹ ਚੀਜ਼ਾਂ, ਤਾਂ ਜਿਹੜੇ ਯੂ ਤੋਂ ਸੈਂਟੈਂਸਸ ਚੱਲਦੇ ਪਏ ਨੇ ਜਾਂ ਗਵਰਨਮੈਂਟ ਤੋਂ ਜਿਹੜੇ ਸੈਂਟੈਂਸਸ ਚੱਲਦੇ ਪਏ ਨੇ, ਥੀਸ ਲੁਕਸ ਵੈਰੀ ਸਿੰਪਲ, ਸਿੰਪਲ ਕਹਿ ਲਓ ਜਾਂ ਕਾਮਨ ਜਿਹੇ ਲੱਗਦੇ ਆ, ਪਰ ਜੋ ਹੈਲਥੀ ਫੂਡ ਤੋਂ ਸੈਂਟੈਂਸ ਚੱਲਦਾ ਪਿਆ, ਆਈ ਡੋਂਟ ਨੋ ਤੁਸੀਂ ਮੇਰੀ ਗੱਲ ਨਾਲ ਰਿਲੇਟ ਕਰ ਸਕਦੇ ਹੋ ਜਾਂ ਨਹੀਂ, ਪਰ ਉਹ ਇੱਕ ਡਿਫਰੈਂਟ ਜਿਹਾ ਲੱਗਦਾ ਵਾ। ਨਿਊ ਰੂਲਸ ਤੋਂ ਸੈਂਟੈਂਸ ਦੇਖੋ ਸਟਾਰਟ ਹੋਇਆ, ਕੱਪ ਆਫ ਟੀ ਤੋਂ ਸਟਾਰਟ ਹੋਇਆ ਐਂਡ ਗੱਲ ਦਾ ਮਤਲਬ ਸੇਮ ਹੀ ਆ। ਇਹ ਸੀ ਜਿਵੇਂ ਕਿ ਹੈਲਥੀ ਫੂਡ ਦਾ ਸਟੇਟਸ ਸੀਗਾ ਕਿ ਇਹ ਬੈਨੀਫੀਸ਼ੀਅਲ ਆ, ਲਾਈਫ ਦਾ ਸਟੇਟਸ ਸੀ ਕਿ ਡਿਫੀਕਲਟ ਆ, ਕਿਹਨਾਂ ਦੀ, ਗਰੀਬ ਲੋਕਾਂ ਦੀ। ਆਨਲਾਈਨ ਦਾ ਸਟੇਟਸ ਸੀ ਕਿ ਇੰਟਰਸਟਿੰਗ ਆ ਗੇਮਸ। ਮੋਬਾਈਲ ਫੋਨ ਦਾ ਸਟੇਟਸ ਸੀ ਪਰਫੈਕਟ ਨੇ, ਫਾਸਟ ਫੂਡ ਟੇਸਟੀ, ਫੂਡ ਅਵੇਲੇਬਲ, ਇਹ ਸਾਰੀਆਂ ਚੀਜ਼ਾਂ ਦਾ ਸਟੇਟਸ ਸੀ। ਇਹ ਸੈਂਟੈਂਸਾਂ ਵਿੱਚ ਕੀ ਹੋਏਗਾ, ਕਹਿੰਦੀ ਫਾਸਟ ਫੂਡ ਹੈਜ਼ ਮੈਨੀ ਡਰੋਬੈਕਸ, ਫਾਸਟ ਫੂਡ ਦੇ ਕਾਫੀ ਨੁਕਸਾਨ ਹਨ। ਮਤਲਬ ਫਾਸਟ ਫੂਡ ਕੋਲ ਹੈਗੀ ਕੀ ਚੀਜ਼ ਆ। ਮੋਬਾਈਲ ਫੋਨ ਹੈਜ਼ ਮੈਨੀ ਬੈਨੀਫਿਟਸ, ਮੋਬਾਈਲ ਫੋਨ ਕੋਲ ਕੀ ਆ, ਕਾਫੀ ਬੈਨੀਫਿਟਸ ਨੇ। I had a car last year, ਮੇਰੇ ਕੋਲ ਇੱਕ ਪਿਛਲੇ ਸਾਲ ਇੱਕ ਕਾਰ ਸੀ। ਇਹ ਸੈਂਟੈਂਸਸ ਸੀ। ਅਗੇਨ ਜੋ ਟੈਂਸਸ ਨਾਲ ਬਣਾਵਾਂਗੇ ਉਹ ਥੋੜੀ ਸ਼ੋਰਿਟੀ ਜ਼ਿਆਦਾ ਹੋਏਗੀ, ਜੋ ਮੋਡਾਲਸ ਨਾਲ ਬਣਾਵਾਂਗੇ ਉਹ 'ਚ ਹੋ ਸਕਦਾ ਹੈ, ਹੋਣਾ ਚਾਹੀਦਾ ਸੀ, ਇੱਦਾਂ ਦੀਆਂ ਚੀਜ਼ਾਂ। ਫਾਸਟ ਫੂਡ ਕੈਨ ਹੈਵ ਮੈਨੀ ਡਰੋਬੈਕਸ, ਫਾਸਟ ਫੂਡ ਦੇ ਕਾਫੀ ਡਰੋਬੈਕਸ ਹੋ ਸਕਦੇ ਹਨ। ਦਿਸ ਫੋਨ ਸ਼ੁੱਡ ਹੈਵ ਮੈਨੀ ਫੀਚਰ, ਇਹ ਫੋਨ ਦੇ ਕਾਫੀ ਫੀਚਰ ਹੋਣੇ ਚਾਹੀਦੇ ਹਨ। ਇਹੀ ਸੈਂਟੈਂਸ ਨੂੰ ਜਿਵੇਂ ਉੱਪਰ ਬਣਾਉਂਦਾ ਤਾਂ ਉਹ ਸੀਗਾ ਇਹ ਫੋਨ ਦੇ ਕਾਫੀ ਫੀਚਰ ਹਨ। I could have a car last year, ਮੇਰੇ ਕੋਲੇ ਪਿਛਲੇ ਸਾਲ ਇੱਕ ਕਾਰ ਸੀ, ਹੋ ਸਕਦੀ ਸੀ, ਮੇਰੇ ਕੋਲ ਇੱਕ ਪਿਛਲੇ ਸਾਲ ਕਾਰ ਹੋ ਸਕਦੀ ਸੀ। ਇਹਨੂੰ ਹੀ ਉੱਪਰ ਬਣਾਇਆ ਸੀ ਤਾਂ ਉਹ ਕਹਿੰਦੇ ਮੇਰੇ ਕੋਲ ਕਾਰ ਸੀ। ਡਿਫਰੈਂਸ ਦੇਖ ਰਹੇ ਹੋ। ਓਕੇ, ਦ ਲਾਸਟ ਐਂਡ ਆਲਸੋ ਇੰਪੋਰਟੈਂਟ ਥਿੰਗ ਐਜ਼ ਅ ਮੈਂਸ਼ਨ ਅਰਲੀਅਰ, ਜੇ ਤਾਂ ਆਪਾਂ ਕਨੈਕਟਰਸ ਨਹੀਂ ਯੂਜ਼ ਕਰਦੇ ਤਾਂ ਕੀ ਬਣੂਗਾ, ਵੀ ਸ਼ੁੱਡ ਨਾਟ ਈਟ ਫਾਸਟ ਫੂਡ, ਸਾਨੂੰ ਫਾਸਟ ਫੂਡ ਨਹੀਂ ਖਾਣਾ ਚਾਹੀਦਾ, ਖਤਮ। ਇਟ ਲੀਡਸ ਟੂ ਮੈਨੀ ਪ੍ਰੋਬਲਮ, ਇਹਦੀ ਕਰਕੇ ਕਾਫੀ ਪ੍ਰੋਬਲਮਸ ਹੁੰਦੀਆਂ ਹਨ, ਫਿਰ ਖਤਮ। ਫਾਸਟ ਫੂਡ ਇਨਕਰੀਜ਼ਸ ਆਰ ਬੋਡੀ ਵੇਟ, ਫਾਸਟ ਫੂਡ ਸਾਡਾ ਬੋਡੀ ਵੇਟ ਵਧਾਉਂਦਾ ਹੈ, ਫਿਰ ਖਤਮ। ਫਾਸਟ ਫੂਡ ਇਜ਼ ਇਨਐਕਸਪੈਂਸਿਵ, ਸਸਤਾ ਹੈ ਐਂਡ ਇਟ ਇਜ਼ ਨਾਟ ਗੁੱਡ ਫॉर ਆਰ ਹੈਲਥ, ਸਾਡੀ ਸਿਹਤ ਲਈ ਵਧੀਆ ਨਹੀਂ ਹੈ। ਪੀਪਲ ਹੂ ਈਟ ਫਾਸਟ ਫੂਡ ਐਵਰੀ ਡੇ, ਜਿਹੜੇ ਲੋਕ ਰੋਜ਼ ਖਾਂਦੇ ਆ, ਦੇ ਫੇਸ ਮੈਨੀ ਪ੍ਰੋਬਲਮਸ ਇਨ ਦੇਅਰ ਲਾਈਫ, ਆਪਣੀ ਲਾਈਫ 'ਚ ਕਾਫੀ ਪ੍ਰੋਬਲਮਸ ਫੇਸ ਕਰਦੇ ਆ। ਕਿਸੇ ਵੀ ਸੈਂਟੈਂਸ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਨਹੀਂ, ਉੱਥੇ ਬਟ ਪੈ ਸਕਦਾ ਸੀ ਇੱਕ ਜਗ੍ਹਾ 'ਤੇ ਇਟ ਦੇ ਅੱਗੇ, ਪਰ ਕੋਈ ਗ੍ਰਾਮੈਟੀਕਲ ਐਰਰ ਹੈ ਨਹੀਂ ਇਹਨਾਂ ਵਿੱਚ। ਸਟਿਲ
ਇਟ ਕੈਨ ਨਾਟ ਲੀਡ ਯੂ ਟੂ ਅ ਹਾਇਰ ਬੈਂਡ ਸਕੋਰ। ਇਹ ਤੁਹਾਨੂੰ ਜ਼ਿਆਦਾ ਬੈਂਡ ਸਕੋਰ ਨਹੀਂ ਕੱਢ ਕੇ ਦੇ ਸਕਦਾ। ਜੇ ਤੁਸੀਂ ਜਨਰਲ ਲਾਈਫ ਦੇ ਵਿੱਚ ਬੋਲਦੇ ਆ ਤਾਂ ਇਹ ਸਿੱਧੇ ਸਿੱਧੇ ਛੋਟੇ ਛੋਟੇ ਸੈਂਟੈਂਸਸ ਨੇ। ਇਫ ਯੂ ਵਾਂਟ ਟੂ ਸਪੀਕ ਇੰਪ੍ਰੈਸਿਵ ਇੰਗਲਿਸ਼ ਔਰ ਰਾਈਟ ਇੰਪ੍ਰੈਸਿਵ ਇਫੈਕਟਿਵ ਲਿਖਣਾ ਚਾਹੁੰਦੇ ਹੋ ਤਾਂ ਨੀਚੇ ਵਾਲਾ ਪੈਰਾ ਰੀਡ ਕਰਦੇ ਆ, ਆਪਾਂ ਦੇਖਦੇ ਹਾਂ ਡਿਫਰੈਂਸ ਕੀ ਆ। ਸੇਮ ਹੀ ਚੀਜ਼ ਲਿਖੀ ਆ। ਵੀ ਸ਼ੁੱਡ ਨਾਟ ਈਟ ਫਾਸਟ ਫੂਡ, ਸਾਨੂੰ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਸਿੰਸ ਇਟ ਲੀਡਸ ਟੂ ਮੈਨੀ ਪ੍ਰੋਬਲਮ, ਕਿਉਂਕਿ ਇਹਦੀ ਕਰਕੇ ਕਾਫੀ ਪ੍ਰੋਬਲਮਸ ਹੋ ਜਾਂਦੀਆਂ ਨੇ। ਉੱਪਰ ਫੁੱਲ ਸਟਾਪ ਲੱਗਿਆ ਸੀ। it leads to many problems and mainly it increases our body weight and mainly ਖਾਸ ਤੌਰ ਤੇ it increases our weight, ਆਪਣਾ ਵਜ਼ਨ ਜ਼ਿਆਦਾ ਵੱਧਦਾ। although ਭਾਵੇਂ ਕਿ it is inexpensive, ਉੱਪਰ ਕੀ ਲਿਖਿਆ ਸੀ ਫਾਸਟ ਫੂਡ ਮਹਿੰਗਾ ਹੈ, ਇਹ 'ਚ ਕੀ ਲਿਖਿਆ ਭਾਵੇਂ ਕਿ ਫਾਸਟ ਫੂਡ ਮਹਿੰਗਾ ਹੈ, ਭਾਵੇਂ ਕਿ ਫਾਸਟ ਫੂਡ ਸਸਤਾ ਹੈ। it is very detrimental for your health, ਇਹ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। It can be seen that people who eat fast food every day face many problems in their life, ਜਿਹੜੇ ਲੋਕ ਐਵਰੀਡੇ ਫਾਸਟ ਫੂਡ ਖਾਂਦੇ ਆ ਉਹ ਫੇਸ ਕਰਦੇ ਆ। ਦੁਬਾਰਾ ਉੱਥੇ ਸਬਜੈਕਟ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਉਹਦੇ ਤੋਂ ਸੈਂਟੈਂਸ ਚੱਲਿਆ ਹੋਇਆ। ਇਟ ਕੈਨ ਬੀ ਸੀਨ ਦੈਟ ਪੀਪਲ ਫੇਸ ਮੈਨੀ ਪ੍ਰੋਬਲਮਸ। ਆ ਜਿਹੜਾ ਵਿੱਚ ਸੈਂਟੈਂਸ ਲਿਖਿਆ ਹੂ ਈਟ ਫਾਸਟ ਫੂਡ ਐਵਰੀਡੇ, ਇਹ ਉਹਦੀਆਂ ਡੀਟੇਲਸ ਨੇ। ਓਕੇ, ਜੇ ਤੁਸੀਂ ਇਹ ਸਾਰਾ ਕੁਝ ਸਿੱਖ ਲੈਂਦੇ ਆ ਤਾਂ ਮੋਸਟ ਪ੍ਰੋਬੇਬਲੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ 1 ਮੰਥ ਲੱਗਦਾ, 1.5 or 2 months ਪ੍ਰੋਬੇਬਲੀ, ਤਾਂ ਇਹ ਚੀਜ਼ਾਂ ਸਾਰੀਆਂ ਆਉਂਦੀਆਂ ਹੋਣਗੀਆਂ। ਟੈਂਸ ਦੇ ਐਕਟਿਵ ਵਰਜ਼ਨਸ ਪਤਾ ਹੋਣਗੇ, ਉਹੀ ਸੈਂਟੈਂਸ ਨੂੰ ਰਿਵਰਸ ਕਰਕੇ ਵੀ ਲਿਖਣਾ ਆਉਂਦਾ ਹੋਊਗਾ। ਮੋਡਾਲ ਨੇ ਉਹਨਾਂ ਨੂੰ ਐਕਟਿਵ ਲਿਖਣਾ, ਜਾਣੀ ਕਿ ਸਿੱਧਾ ਸੈਂਟੈਂਸ ਆਈ ਕੈਨ ਕਾਲ ਯੂ, ਉਹਦਾ ਪੈਸਿਵ ਵੀ ਲਿਖਣਾ ਆਉਂਦਾ ਹੋਊਗਾ ਯੂ ਕੈਨ ਬੀ ਕਾਲਡ ਬਾਈ ਮੀ। ਜਸਟ ਆਇਲਸ ਦੇ ਸੈਂਟੈਂਸਸ ਦੱਸਦਾ ਤੁਹਾਨੂੰ। ਗਵਰਨਮੈਂਟ ਕੈਨ ਪਾਸ some rules can be passed by government can protect environment can be protected by government, ਇੱਦਾਂ ਦੀਆਂ ਚੀਜ਼ਾਂ। ਟੈਂਸ ਸਿੰਪਲ ਪੋਜੈਸ਼ਨ ਵਾਲੇ, ਸਟੇਟਸ ਵਾਲੇ, ਕੰਪਲੈਕਸ ਸੈਂਟੈਂਸ ਕਨੈਕਟਰ ਨੂੰ ਯੂਜ਼ ਕਰਕੇ ਬਣ ਜਾਣੇ ਨੇ। ਕੰਡੀਸ਼ਨਲ ਸੈਂਟੈਂਸ ਤਾਂ ਸੌਖੀ ਹੁੰਦੀ ਆ ਇਫ ਨੂੰ ਯੂਜ਼ ਕਰਕੇ। ਇਹ ਤੁਸੀਂ ਸਾਰੀਆਂ ਚੀਜ਼ਾਂ ਸਿੱਖਦੇ ਆ ਤਾਂ ਤੁਹਾਨੂੰ 10 ਕਾਈਂਡ ਆਫ ਸੈਂਟੈਂਸਸ ਆਉਣਗੇ। ਜੇ ਤੁਸੀਂ ਉੱਦਾਂ ਹੀ ਕਰਦੇ ਆ, ਇਫ ਯੂ ਆਰ ਐਟ ਐਵਰੇਜ ਲੈਵਲ ਇਨ ਇੰਗਲਿਸ਼, ਤਾਂ ਇੱਕ ਐਵਰੇਜ ਹੀ ਸਿੱਧੇ ਸੈਂਟੈਂਸਸ 'ਚ ਪਤਾ ਹੋਣਗੇ। ਵੈਰਾਈਟੀ ਨਹੀਂ ਹੋਏਗੀ ਤੁਹਾਡੀ ਸੈਂਟੈਂਸਸ ਦੇ ਵਿੱਚ, ਜਿਹਦੀ ਕਰਕੇ ਜਦੋਂ ਇੰਗਲਿਸ਼ ਲਿਖੀ ਹੋਏਗੀ ਜਾਂ ਕੋਈ ਸੁਣੂਗਾ ਤਾਂ ਉਹਦੇ 'ਚ ਮੋਨੋਟਨੀ ਜਿਹੀ ਲੱਗੂਗੀ, ਮੀਨਸ ਕਿ ਬੋਰਿੰਗਨੈਸ ਥੋੜੀ ਫੀਲ ਹੋ ਸਕਦੀ ਹੈ ਉਹਦੇ ਵਿੱਚ। ਲਾਸਟ ਵਨ ਇੰਪੋਰਟੈਂਟ ਮੈਸੇਜ, ਇਹ ਚੀਜ਼ਾਂ ਜੋ ਵੀ ਮੈਂ ਤੁਹਾਨੂੰ ਦੱਸੀਆਂ ਗ੍ਰਾਮਰ ਦੇ ਬਾਰੇ, ਟੂ ਬੀ ਵੈਰੀ ਓਨੈਸਟ ਇਟਸ ਨਾਟ ਅ ਗੁੱਡ ਸੋਰਸ ਆਫ ਅਰਨਿੰਗ। ਇਹਦੇ ਤੋਂ ਜ਼ਿਆਦਾ ਅਰਨਿੰਗ ਨਹੀਂ ਹੁੰਦੀ। ਮੈਕਸੀਮਮ ਤੁਸੀਂ ਕੋਈ 3000 ਪੇ ਕਰਦਾ ਹੋਏਗਾ, ਮੋਸਟ ਪ੍ਰੋਬੇਬਲੀ ਇਹਦੀ 2000 ਜਾਂ 2500 ਫੀਸ ਹੁੰਦੀ ਆ। ਇਹਦੀ ਕਰਕੇ ਤੁਹਾਨੂੰ ਜ਼ਿਆਦਾ ਮੋਟੀਵੇਟ ਨਹੀਂ ਕੀਤਾ ਜਾਏਗਾ ਕਿ ਗ੍ਰਾਮਰ ਦੀ ਕਲਾਸ ਲਗਾ ਲਓ। ਦਿਲ ਸੇ ਕਿ ਹਾਂ ਆਇਲਸ ਕਰ ਲਓ, ਇਹਦੇ ਵਿੱਚ ਹੀ ਕਲੀਅਰ ਹੋ ਜਾਣਾ। ਬਿਕੋਜ਼ ਆਇਲਸ ਦੀ ਜਿਹੜੀ ਇਨਕਮ ਜਨਰੇਟ ਹੁੰਦੀ ਆ ਉਹ ਇਹਦੇ ਮੁਕਾਬਲੇ, ਗ੍ਰਾਮਰ ਦੇ ਮੁਕਾਬਲੇ ਦੈਟ ਇਜ਼ ਵੇ ਹਾਇਰ, ਬਹੁਤ ਜ਼ਿਆਦਾ ਹਾਇਰ ਆ, ਰਾਈਟ। ਸੋ ਇਹ ਤੁਹਾਡੇ ਉੱਪਰ ਹੀ ਆ ਕਿ ਮੈਂ ਪਹਿਲਾਂ ਆਪਣਾ ਬੇਸ ਕਲੀਅਰ ਕਰਨਾ ਵਾ, ਉਹਦੇ ਤੋਂ ਬਾਅਦ 'ਚੋਂ ਮੈਂ ਆਇਲਸ ਦੇ ਵਿੱਚ ਵੜਨਾ, ਕਿ ਇੱਕ ਵਾਰੀ ਵੀ ਕਰਨਾ ਵਾ ਪਰ ਪੂਰਾ ਐਫਰਟ ਲਗਾ ਕੇ ਕਰਨਾ ਵਾ। ਸੈਕਿੰਡ ਥਿੰਗ, ਕਲੀਅਰ ਗ੍ਰਾਮੈਟੀਕਲ ਡਾਊਟਸ ਫਸਟ। ਗ੍ਰਾਮੈਟੀਕਲ ਡਾਊਟਸ ਕਲੀਅਰ ਕਰਨੇ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਆ। ਪਹਿਲਾਂ ਵੀ ਮੈਂ ਉਹੀ ਚੀਜ਼ ਕਹੀ ਸੀ। ਤੁਸੀਂ ਦੇਖੋਗੇ ਜ਼ਿਆਦਾਤਰ ਸਟੂਡੈਂਟ ਬਾਹਰ ਨਿਕਲ ਕੇ ਇਹੀ ਕਹਿੰਦੇ ਆ ਮੇਰੀ ਸਪੀਕਿੰਗ ਬਹੁਤ ਵਧੀਆ ਹੋ ਗਈ, ਮੇਰਾ ਰਾਈਟਿੰਗ ਵੀ ਠੀਕ ਹੋ ਗਿਆ, ਪਰ ਰਿਜ਼ਲਟ ਤਾਂ ਸਾਰਿਆਂ ਦਾ ਠੀਕ ਨਹੀਂ ਆਉਂਦਾ। ਤੁਹਾਨੂੰ ਕਾਫੀ ਚੀਜ਼ਾਂ ਰਿਮਾਈਂਡ ਆਈਆਂ ਹੋਣਗੀਆਂ। ਜੇ 1000 ਬੱਚਾ ਇੱਕ ਟਾਈਮ ਦੇ ਉੱਤੇ ਐਗਜ਼ਾਮ ਦਿੰਦਾ ਵਾ, ਉਹਨਾਂ ਨੇ ਲਿਖਿਆ ਵਾ ਕਿ ਅੱਜ ਕੱਲ੍ਹ ਕ੍ਰਾਈਮ ਕਿਉਂ ਵੱਧਦਾ ਪਿਆ ਵਾ, ਇਹਨੂੰ ਸੋਲਵ ਕਿਵੇਂ ਕੀਤਾ ਜਾ ਸਕਦਾ, ਡੈਫੀਨੇਟਲੀ ਸਾਰੇ ਜਾਣੇ ਐਜੂਕੇਸ਼ਨ ਦੇ ਬਾਰੇ ਲਿਖਣਗੇ ਕਿ ਐਜੂਕੇਸ਼ਨ ਆ, ਪੋਵਰਟੀ ਆ, ਇੱਕ ਦੋ ਚੀਜ਼ਾਂ ਹੋਰ ਹੋਣਗੀਆਂ। 1000 ਦੇ ਵਿੱਚੋਂ 800 ਬੰਦਾ ਪੋਵਰਟੀ ਐਂਡ ਐਜੂਕੇਸ਼ਨ ਦੇ ਬਾਰੇ ਹੀ ਲਿਖੂਗਾ, ਪਰ 800 ਦੇ ਬੈਂਡਸ ਨਹੀਂ ਆਉਣੇ। ਦੈਟ ਮੀਨਸ ਉਹਨਾਂ ਦੇ ਲਿਖਣ ਦੇ ਵੇ ਦੇ ਵਿੱਚ ਕੋਈ ਪ੍ਰੋਬਲਮ ਸੀ। ਸੋ ਇਟ ਇਜ਼ ਯੋਰ ਰਿਸਪੋਂਸੀਬਿਲਿਟੀ ਕਿ ਮੈਂ ਆਪਣੇ ਗ੍ਰਾਮੈਟੀਕਲ ਐਰਰਸ ਕਲੀਅਰ ਕਰ ਦੇਵਾਂ। ਗੱਲਾਂ ਤਾਂ ਤੁਸੀਂ ਵੀ ਸਾਰੇ ਉਹੀ ਕਰੋਗੇ ਜਿਹੜੀਆਂ ਬਾਕੀ ਸਾਰੇ ਲਿਖਦੇ ਆ, ਪਰ ਤੁਹਾਡੀ ਲਿਖਾਈ ਦੇ ਵਿੱਚ ਤੁਹਾਡੇ ਉਹਦੇ 'ਚ ਕੋਈ ਪ੍ਰੋਬਲਮ ਹੋਏਗੀ। ਜੋ ਤੁਸੀਂ ਲਿਖਿਆ ਹੋਏਗਾ, ਕੈਨ ਦੀ ਜਗ੍ਹਾ 'ਤੇ ਕੈਨ ਬੀ ਲਗਾਤਾ, ਪਰ ਉਹਦੀ ਫਰਸਟ ਫਾਰਮ ਲੱਗਣੀ ਸੀ ING ਲਗਾਤਾ, ਨਾਲ ਫਸਟ ਲੱਗਣੀ ਸੀ ਫੋਰਥ ਲਗਾਤੀ, ਫਸਟ ਲੱਗਣੀ ਸੀ ਪਰ ਉਹਦੀ 5th ਫਾਰਮ ਲਗਾਤੀ, ਪਰ ਉਹਦੀ 5th ਫਾਰਮ ਦੇ ਬਾਰੇ ਕਾਫੀਆਂ ਨੂੰ ਪਤਾ ਨਹੀਂ ਹੁੰਦਾ ਕੀ ਆ, SEIS ਕਿੱਥੇ ਲੱਗਣਾ, ਰਾਈਟ। ਸੋ ਇਟ ਇਜ਼ ਯੋਰ ਰਿਸਪੋਂਸੀਬਿਲਿਟੀ। ਐਂਡ ਦ ਲਾਸਟ ਥਿੰਗ, ਡੋਂਟ ਲਰਨ ਗ੍ਰਾਮਰ ਇਨ ਟ੍ਰਡੀਸ਼ਨਲ ਵੇਜ਼। ਇਹਦਾ ਮਤਲਬ ਕੀ ਆ, ਆਪਾਂ ਕਈ ਵਾਰੀ ਗ੍ਰਾਮਰ ਸਿੱਖਦੇ ਆ, ਚੁੱਕਾ ਹੈ, ਖਾ ਚੁੱਕਾ ਹਾਂ, ਖਾ ਚੁੱਕਾ ਸੀ ਆਪਾਂ ਘਰੇ ਕਿਤੇ ਇੱਦਾਂ ਦੀ ਲੈਂਗੁਏਜ ਨਹੀਂ ਬੋਲਦੇ। ਸੋ ਮੈਂ ਵੀ ਇੱਦਾਂ ਇੱਕ ਵਾਰ ਇੰਗਲਿਸ਼ ਸਿੱਖੀ ਸੀ ਐਂਡ ਮੈਨੂੰ ਸਿਰਫ ਉਹਨਾਂ 1 ਮਹੀਨਾ ਆਉਂਦੀ ਸੀ ਇੰਗਲਿਸ਼, ਉਹ ਵੀ ਸਿਰਫ ਸੈਂਟਰ ਦੇ ਵਿੱਚ ਹੀ, ਕਿਉਂਕਿ ਉੱਥੇ ਇੱਦਾਂ ਹੀ ਲਿਖਾਉਂਦੇ ਹੁੰਦੇ ਸੀ, ਮੈਂ ਚਾਹ ਪੀ ਚੁੱਕਾ ਹਾਂ, I have drunk tea,
ਮੈਂ ਚਾਹ ਪੀ ਚੁੱਕਾ ਸੀ, ਆਈ ਹੈਡ ਡਰੰਕ ਟੀ। ਪਰ ਬਾਹਰ ਆ ਕੇ ਆਪਾਂ ਤਾਂ ਘਰੇ ਬੋਲਦੇ ਨਹੀਂ ਹੈ ਇਦਾਂ ਦੀਆਂ ਚੀਜ਼ਾਂ। ਸੋ ਫਿਰ ਜਦੋਂ ਮੈਂ ਕਿਸੇ ਤੇ ਇੰਗਲਿਸ਼ ਬਣਾਉਣੀ ਹੁੰਦੀ ਸੀ ਤਾਂ ਮੈਂ ਕਹਿੰਦਾ ਸੀ ਨਹੀਂ ਯਾਰ ਪਹਿਲਾਂ ਮੈਨੂੰ ਪੂਰਾ ਦੱਸ, ਚਾਹ ਪੀ ਚੁੱਕਾ ਹਾਂ, ਚੁੱਕਾ ਸੀ, ਕਿ ਜੋ ਕੋਈ ਕਹਿ ਦੇਵੇ ਮੈਂ ਚਾਹ ਪੀ ਲਈ ਹੈ, ਮੈਨੂੰ ਇਹਦੀ ਇੰਗਲਿਸ਼ ਹੀ ਨਹੀਂ ਸੀ ਪਤਾ ਕਿਉਂਕਿ ਇਹਦੀ ਦੱਸੀ ਨਹੀਂ ਸੀ ਕਿਸੇ ਨੇ। ਸੋ ਇੱਕ ਸਹੀ ਤਰੀਕੇ ਨਾਲ ਸਿੱਖੋ ਕਿ ਪ੍ਰੈਜ਼ੈਂਟ ਇੰਡੈਫੀਨਿਟ ਕਿੱਥੇ ਯੂਜ਼ ਹੁੰਦੇ ਆ, ਜਿੱਥੇ ਐਵਰੀਡੇ ਦੀਆਂ ਗੱਲਾਂ ਹੁੰਦੀਆਂ ਨੇ। ਮੈਂ ਰੋਜ਼ ਜਿਮ ਜਾਂਦਾ, ਹਾਂ ਚਾਹੇ ਨਾ ਹੀ ਕਹੋ ਤੁਸੀਂ ਉੱਥੇ, ਮੈਂ ਰੋਜ਼ ਜਿਮ ਜਾਂਦਾ, ਮੈਂ ਰੋਜ਼ ਫਾਸਟ ਫੂਡ ਖਾਂਦਾ, ਉਹ ਰੋਜ਼ ਪੜ੍ਹਦਾ ਹੈ, ਉਹ ਰੋਜ਼ ਫਾਸਟ ਫੂਡ ਖਾਂਦਾ ਹੈ। ਇਹ ਚੀਜ਼ਾਂ ਰਾਈਟ ਜਿਹੜੀਆਂ ਐਵਰੀਡੇ ਐਕਟੀਵਿਟੀਜ਼ ਹੁੰਦੀਆਂ ਨੇ। ਪ੍ਰੈਜ਼ੈਂਟ ਪਰਫੈਕਟ ਕਿੱਥੇ ਯੂਜ਼ ਹੁੰਦੇ ਆ, ਜਿਹੜੀ ਚੀਜ਼ ਪਾਸਟ ਦੇ ਵਿੱਚ ਹੋਈ ਹੋਵੇ ਉਹਦਾ ਇੰਪੈਕਟ ਹਜੇ ਤੱਕ ਆ। ਸੋ ਇਹ ਕੁਛ ਕੁ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਕਾਫੀ ਹੋਪਫੁਲ ਹੋ ਸਕਦੀਆਂ। ਥੈਂਕਸ ਫॉर ਵਾਚਿੰਗ ਦਿਸ ਵੀਡੀਓ ਫॉर 11 to 12 ਮਿੰਟਸ। ਐਂਡ ਇਹ ਵਾਲੀਆਂ ਚੀਜ਼ਾਂ ਤੁਸੀਂ ਨਾ ਕਰਿਓ, ਪਰਟੀਕੁਲਰਲੀ ਆ ਲਾਸਟ ਵਾਲੀ ਚੀਜ਼, ਇਹ ਚੀਜ਼ ਤੁਸੀਂ ਨਾ ਸਿੱਖਿਓ। ਤੁਹਾਨੂੰ ਉਨਾ ਕੁ ਟਾਈਮ ਇੰਗਲਿਸ਼ ਆਊਗੀ ਜਿੰਨਾ ਚਿਰ ਕਲਾਸ ਲਗਾਓਗੇ। ਆਫਟਰ ਦੈਟ ਜਨਰਲ ਲਾਈਫ ਦੇ ਵਿੱਚ ਤੁਹਾਡੇ ਤੋਂ ਰਿਲੇਟ ਹੀ ਨਹੀਂ ਹੋਣਾ ਚੀਜ਼ਾਂ ਨਾਲ। And again, thanks for spending 11 to 12 minutes on my YouTube channel. And if you have any query, you can comment down below. If you like it, like it. If you dislike it, kindly dislike it and mention me a reason why you dislike it. Thanks for watching. Hope you enjoy it. Thanks.